ਗਿਆਨ ਦੀ ਨਗਰੀ ਚੈਨਲ ਵਿੱਚ ਸਵਾਗਤ ਸਭ ਦੋਸਤਾਂ ਦਾ। ਇੱਕ ਵਾਰੀ ਫਿਰ ਹਾਜ਼ਰ ਹਾਂ ਆਪ ਦੀ ਖਿਦਮਤ ਦੇ ਵਿੱਚ ਕਹਾਣੀ ਇਲਾਹੀ ਅੱਖਾਂ ਦਾ ਅਗਲਾ ਭਾਗ ਲੈ ਕੇ। ਆਓ ਕਹਾਣੀ ਵੱਲ ਚੱਲੀਏ। ਪਹਿਲਾਂ ਤਾਂ ਨਵੀਨ ਨੇ ਸੋਚਿਆ ਕਿ ਉੱਠ ਕੇ ਉਸ ਲੜਕੀ ਦਾ ਪਿੱਛਾ ਕਰਾਂ ਤੇ ਵੇਖਾਂ, ਪਰ ਜਦ ਤੱਕ ਉਹ ਬਾਹਰ ਜਾਣ ਬਾਰੇ ਸੋਚਦਾ ਤਾਂ ਲੜਕੀ ਜਾ ਚੁੱਕੀ ਸੀ। ਨਵੀਨ ਦੇ ਮਨ ਅੰਦਰ ਜੋ ਸ਼ਾਂਤੀ ਦੀ ਧਾਰਾ ਵਗ ਰਹੀ ਸੀ, ਉਹ ਡੱਕੇ ਡੋਲੇ ਖਾਵਣ ਲੱਗੀ। ਦਰਗਾਹ ਤੇ ਕਿਸੇ ਪੀਰ ਦਾ ਉਰਸ ਮੁਬਾਰਕ ਮਨਾਇਆ ਜਾ ਰਿਹਾ ਸੀ, ਜੋ 3 ਦਿਨਾਂ ਤੱਕ ਚੱਲਣਾ ਸੀ। ਨਵੀਨ ਗਿਆ ਤਾਂ ਦੋਸਤਾਂ ਨਾਲ ਸੀ, ਪਰ ਵਾਪਸ ਆਉਂਦਿਆਂ ਉਸ ਲੜਕੀ ਦੀ ਯਾਦ ਤੇ ਮੁੜ ਉਸ ਨੂੰ ਮਿਲਣ ਦੀ ਤਾਂਘ ਵੀ ਨਾਲ ਲੈ ਆਇਆ। ਸਾਰੀ ਰਾਤ ਉਹ ਉਸ ਝਲਕ ਨੂੰ ਆਪਣੇ ਜੇਨ ਵਿੱਚੋਂ ਕੱਢ ਨਹੀਂ ਪਾ ਰਿਹਾ ਸੀ। ਉਸ ਦੇ ਮਨ ਦੀ ਕਾਹਲ ਉਸ ਨੂੰ ਉਸਲ ਵੱਟੇ ਲੈਣ ਲਈ ਮਜਬੂਰ ਕਰ ਰਹੀ ਸੀ। ਅਗਲੇ ਦਿਨ ਫਿਰ ਕਾਲਜ ਤੋਂ ਆਉਣ ਮਗਰੋਂ ਨਵੀਨ ਨੇ ਕੱਪੜੇ ਪਹਿਨੇ ਤੇ ਮੁੜ ਦਰਗਾਹ ਜਾਣ ਵਾਸਤੇ ਤਿਆਰ ਹੋਇਆ। ਦਰਗਾਹ ਤੇ ਪਹੁੰਚਿਆ, ਆਪਣੀ ਦੁਆ ਸਲਾਮ ਕੀਤੀ ਤੇ ਲੜਕੀ ਦੇ ਆਉਣ ਦਾ ਇੰਤਜ਼ਾਰ ਕਰਨ ਲੱਗਿਆ। ਕੁਝ ਚਿਰ ਬਾਅਦ ਬੈਠਿਆਂ ਸੋਚਣ ਲੱਗਾ, ਸ਼ਾਇਦ ਅੱਜ ਨਹੀਂ ਆਵੇਗੀ, ਮਗਰ ਰੂਹ ਜਿਸਤੇ ਦੀਦਾਰ ਨੂੰ ਤਰਸਦੀ ਹੋਵੇ ਤੇ ਰੂਹ ਵਾਲੇ ਦੇ ਘਰ ਬੈਠਿਆਂ ਯਾਰ ਦਾ ਦੀਦਾਰ ਨਾ ਹੋਵੇ, ਇੰਜ ਨਹੀਂ ਹੋ ਸਕਦਾ। ਉਸਦੇ ਅੰਦਰੋਂ ਆਵਾਜ਼ ਆਈ ਕਿ ਇੱਕ ਵਾਰ ਬਾਹਰ ਤਾਂ ਨਿਕਲ ਕੇ ਵੇਖ, ਖਬਰੇ ਬਾਹਰ ਹੀ ਹੋਵੇ। ਨਿਕਲਦਿਆਂ ਉਹ ਬਾਹਰ ਹੀ ਬੈਠੀ ਸੀ। ਰਾਤ ਦੇ ਉਨੀਂਦਰੇ ਨਾਲ ਨਵੀਨ ਦੀਆਂ ਅੱਖਾਂ ਵਿੱਚ ਲਾਲੀ ਸੀ, ਪਰ ਸ਼ਾਇਦ ਉਸ ਰੂਹਾਨੀਅਤ ਨਾਲ ਭਰੀ ਹੋਈ ਸੋਹਣੀ ਮੁਟਿਆਰ ਨੂੰ ਵੇਖਦਿਆਂ ਉਸ ਦੀਆਂ ਅੱਖਾਂ ਘੰਟਿਆਂ ਬੱਧੀ ਉਸ ਨੂੰ ਸਾਹਮਣੇ ਬੈਠੀ ਨੂੰ ਵੇਖਦੀਆਂ ਨਾ ਥਕੀਆਂ। ਉਸ ਨੂੰ ਪਿਆਰ ਹੋ ਗਿਆ ਸੀ। ਉਹ ਇਸ਼ਕ ਰੂਹਾਨੀਅਤ ਦਾ ਇਸ਼ਕ ਸੀ। ਬੜੀ ਦੇਰ ਤੱਕ ਸਾਹਮਣੇ ਬੈਠ ਕੇ ਉਸ ਮੁਟਿਆਰ ਵੱਲ ਤੱਕਣ ਤੋਂ ਬਾਅਦ ਨਵੀਨ ਨੇ ਫੈਸਲਾ ਕੀਤਾ ਕਿ ਉਹ ਉਸ ਦੇ ਨਾਲ ਇਸ ਵਿਸ਼ੇ ਤੇ ਵਾਰਤਾਲਾਪ ਜ਼ਰੂਰ ਕਰੇਗਾ ਕਿ ਉਸ ਨੂੰ ਰੂਹਾਨੀਅਤ ਨਾਲ ਭਰੀ ਹੋਈ ਨੂੰ ਵੇਖੇ। ਉਹ ਸਾਰੀ ਰਾਤ ਸੌਂ ਨਹੀਂ ਸਕਿਆ। ਇੱਕ ਪਾਸੜ ਸਾਰੀ ਰਾਤ ਉਸ ਨੂੰ ਦਰਗਾਹ ਵਿੱਚੋਂ ਆਉਂਦੀ ਹੋਈ ਖੁਸ਼ਬੂ ਤੇ ਦੂਸਰਾ ਸਿਜਦੇ ਵਿੱਚ ਨਜ਼ਰ ਆਉਂਦੀ ਰਹੀ ਉਹ ਲੜਕੀ। ਆਖਿਰ ਨੂੰ ਹਿੰਮਤ ਕਰਕੇ ਉਸ ਦੇ ਪਾਸ ਗਿਆ ਤੇ ਪੁੱਛਣ ਲੱਗਿਆ, ਮਾਫੀ ਚਾਹਾਂਗਾ, ਮੈਨੂੰ ਲੱਗ ਹੀ ਰਿਹਾ ਕਿ ਤੁਸੀਂ ਇਸੇ ਸ਼ਹਿਰ ਤੋਂ ਹੋ। ਮੁਟਿਆਰ ਨੇ 1 ਮਿੰਟ ਨਹੀਂ ਲਾਇਆ, ਅੱਖਾਂ ਉੱਪਰ ਚੁੱਕੀਆਂ ਤੇ ਹੌਲਿਆਂ ਜਿਹਾ ਜਵਾਬ ਦਿੱਤਾ, ਜੀ ਨੇੜਲੇ ਸ਼ਹਿਰ ਤੋਂ ਆਏ ਹਾਂ। ਉਸਦੇ ਹੋਰ ਪਰਿਵਾਰਿਕ ਮੈਂਬਰ ਵੀ ਉਸਦੇ ਨਾਲ ਸਨ। ਉਹ ਉਸ ਨੂੰ ਆਪਣੇ ਅੰਦਰਲਾ ਹਾਲ ਦੱਸਣ ਹੀ ਵਾਲਾ ਸੀ, ਜਦ ਤੱਕ ਉਸ ਨੂੰ ਉਹਦੇ ਕਿਸੇ ਪਰਿਵਾਰਿਕ ਮੈਂਬਰ ਨੇ ਆਵਾਜ਼ ਦਿੱਤੀ, ਨੂਰ। ਉਹ ਆਵਾਜ਼ ਸੁਣ ਕੇ ਜਲਦੀ ਨਾਲ ਉੱਥੇ ਉੱਠ ਕੇ ਘਰਦਿਆਂ ਕੋਲ ਜਾ ਖਲੋਤੀ ਤੇ ਇੱਕ ਪਿਆਰ ਭਰੀ ਨਜ਼ਰ ਨਾਲ ਨਵੀਨ ਵੱਲ ਝਾਤੀ ਮਾਰੀ। ਫਿਰ ਘਰ ਦੀਆਂ ਔਰਤਾਂ ਨਾਲ ਗੱਲਾਂ ਕਰਨ ਲੱਗ ਪਈ। ਅਗਲੇ ਦਿਨ ਦੀ ਰਾਤ ਸੀ। ਨਵੀਨ ਨੂੰ ਫਿਰ ਦਰਗਾਹ ਅੰਦਰੋਂ ਆ ਰਹੀ ਖੁਸ਼ਬੂ ਤੇ ਸਿਜਦੇ ਵਿੱਚ ਬੈਠੀ ਨੂਰ ਵਿਖਾਈ ਦੇ ਰਹੀ ਸੀ ਤੇ ਉਸ ਦਾ ਪਿਆਰ ਭਰੀਆਂ ਅੱਖਾਂ ਨਾਲ ਉਸਦੇ ਵੱਲ ਤੱਕਣਾ ਨਵੀਨ ਦੀ ਨੀਂਦਰ ਵਿੱਚ ਵਿਘਨ ਪਾ ਰਿਹਾ ਸੀ। ਉਧਰ ਨੂਰ ਦੀ ਹਾਲਤ ਵੀ ਕੁਝ ਅਜਿਹੀ ਸੀ, ਸ਼ਾਇਦ ਉਸਨੇ ਪਹਿਲੀ ਵਾਰ ਕਿਸੇ ਦੇ ਸਵਾਲ ਦਾ ਜਵਾਬ ਦਿੱਤਾ ਸੀ। ਮੇਲੇ ਦਾ ਅਖੀਰ ਦਿਨ ਸੀ। ਨਵੀਨ ਤੇ ਨੂਰ ਜੋ ਥੋੜੀ ਬਹੁਤ ਵਾਰਤਾਲਾਪ ਸ਼ੁਰੂ ਹੋ ਗਈ। ਅਖੀਰ ਦੋਨਾਂ ਨੇ ਇੱਕ ਦੂਜੇ ਨੂੰ ਆਪਣੇ ਘਰ ਦਾ ਪਤਾ ਦਿੱਤਾ। ਨੂਰ ਆਪਣੇ ਸ਼ਹਿਰ ਨੂੰ ਰਵਾਨਾ ਹੋ ਗਈ। ਦੋਵਾਂ ਵਿੱਚ ਪੱਤਰ ਰਾਹੀਂ ਗੱਲ ਸ਼ੁਰੂ ਹੋਈ।
ਨਵੀਨ ਤੇ ਨੂਰ ਦਾ ਇਸ਼ਕ ਇਲਾਹੀ ਸੀ। ਅਕਸਰ ਪੱਤਰਾਂ ਦੇ ਵਿੱਚ ਇਬਾਦਤ ਨਾਲ ਜੁੜੀਆਂ ਗੱਲਾਂ ਹੁੰਦੀਆਂ ਗਈਆਂ। ਦੋਵਾਂ ਦਾ ਇਸ਼ਕ ਰੂਹਾਨੀ ਹੋ ਗਿਆ। ਇਸ਼ਕ ਵੀ ਨਿਤ ਦਰਗਾਹ ਜਾਂਦੇ ਤੇ ਨੂਰ ਵੱਲੋਂ ਦੱਸੇ ਗਏ ਤਰੀਕਿਆਂ ਨਾਲ ਇਬਾਦਤ ਕਰਦੇ। ਪਰ ਇਸ ਕਹਾਣੀ ਦੇ ਅੰਤ ਦਾ ਕਿਸੇ ਨੂੰ ਨਹੀਂ ਕੁਝ ਪਤਾ ਕੀ ਹੋਇਆ। ਇੱਕ ਦਿਨ ਅਜਿਹਾ ਆਇਆ, ਨੂਰ ਦੇ ਪਤੇ ਦਾ ਜਵਾਬ ਆਉਣਾ ਬੰਦ ਹੋ ਗਿਆ। ਨਵੀਨ ਦੇ ਦਿਨ ਅਤੇ ਰਾਤ ਬਿਰਹਾ ਦੇ ਮਗਨ ਹੋ ਗਏ, ਪਰ ਉਸ ਵੱਲੋਂ ਦੱਸੀ ਗਈ ਇਬਾਦਤ ਵਿੱਚ ਉਸਨੇ ਕੋਈ ਵਿਘਨ ਨਹੀਂ ਆਉਣ ਦਿੱਤਾ। ਨਿਤ ਦੀ ਤਰ੍ਹਾਂ ਦਰਗਾਹ ਜਾਣ ਤੇ ਦਿਨ ਰਾਤ ਬਿਰਹੋਂ ਦੀ ਅੱਗ ਵਿੱਚ ਬਲਦਾ ਨਵੀਨ ਉਸ ਨੂੰ ਇਬਾਦਤ ਵਰਗਾ ਜਾਪਣ ਲੱਗਾ। ਅਖੀਰ ਕਈ ਵਰ੍ਹਿਆਂ ਦੇ ਇੰਤਜ਼ਾਰ ਬਾਅਦ ਨਵੀਨ ਨੇ ਅੱਲਾ ਨੂੰ ਹੀ ਨੂਰ ਸਮਝ ਲਿਆ ਤੇ ਉਸ ਦੇ ਇਲਾਹੀ ਰੰਗ ਵਿੱਚ ਰੰਗਿਆ ਗਿਆ। ਸੋ ਦੋਸਤੋ, ਇਹ ਸੀ ਕਹਾਣੀ। ਆਸ ਕਰਾਂਗਾ ਕਿ ਆਪ ਜੀ ਨੂੰ ਚੰਗੀ ਲੱਗੀ ਹੋਵੇਗੀ। ਕਮੈਂਟ ਕਰਕੇ ਜ਼ਰੂਰ ਦੱਸਣਾ। ਬੋਲਦਿਆਂ ਜੇ ਕੁਝ ਕਮੀ ਰਹਿ ਹੋਵੇ ਤਾਂ ਮਾਫ ਕਰਨਾ। ਜਲਦ ਹਾਜ਼ਰ ਹੋਵਾਂ ਕਿਸੇ ਨਵੀਂ ਕਹਾਣੀ ਦੇ ਨਾਲ। ਤਦ ਤੱਕ ਲਈ ਧੰਨਵਾਦ।